ਪੰਜਾਬ ਤੇ ਪੰਜਾਬੀਅਤ ਦੇ ਵਾਰਸਾਂ ਨੂੰ ਦਾਸ ਬਲਜੀਤ ਸਿੰਘ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਉਹ ਬਹੁਤ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕਿ ਇਹ ਚੈਲੰਜਿੰਗ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ, ਕਿਉਂਕਿ ਮੈਂ ਹੁਣ ਅੰਕੜਿਆਂ ਦੇ ਹਿਸਾਬ ਨਾਲ ਹੀ ਗੱਲ ਕਰੂੰਗਾ। 1960 ਤੋਂ ਲੈ ਕੇ ਹੁਣ ਤਾਈਂ ਇੰਡੀਆ ਵਿੱਚ 220 ਲੈਂਗੁਏਜਸ ਐਕਸਟੈਂਟ ਹੋ ਗਈਆਂ। ਠੀਕ ਹੈ ਜੀ, 220 ਲੈਂਗੁਏਜਸ 1960 ਤੋਂ ਲੈ ਕੇ ਹੁਣ ਤਾਈਂ ਐਕਸਟੈਂਟ ਹੋ ਚੁੱਕੀ ਹੈ। ਆਪਣਾ ਵੀ ਹੁਣ ਪੰਜਾਬੀ ਲੈਂਗੁਏਜ ਵੱਲ ਝਾਤੀ ਮਾਰੀਏ ਤਾਂ ਕੋਈ ਪ੍ਰੋਗਰੈਸਿਵ ਨਹੀਂ ਹੈ, ਕਿਉਂਕਿ ਜਿੱਥੇ ਜਿਹੜੇ ਬੈਠੇ ਇੱਥੇ ਹੈ ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ। ਲੈਫਟ ਰਾਈਟ ਦੇਖੋ, ਤੁਹਾਨੂੰ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ। ਮਸਲਾ ਉਹ ਹੈ ਅਗਲੀ ਜਨਰੇਸ਼ਨ ਦਾ। ਉਹ ਅਗਲੀ ਜਨਰੇਸ਼ਨ ਕਿੰਨੀ ਕੁ ਹੈਗੀ ਇੱਥੇ? ਝਾਤੀ ਮਾਰੋ ਆਪਣੇ ਹੀ ਘਰਾਂ 'ਚ, ਤੁਸੀਂ ਝਾਤੀ ਮਾਰੋ, ਤੁਹਾਡੇ ਪੋਤੇ ਪੋਤੀਆਂ ਕਿੰਨਾ ਕੁ ਪੰਜਾਬੀ ਗੱਲ ਕਰ ਲੈਂਦੇ ਆ। ਤਾਂ ਹੁਣ ਇਹ ਚੈਲੰਜਿੰਗ ਦੌਰ 'ਚ ਇਹ ਹੋ ਕਿਉਂ ਰਿਹਾ ਹੈਗਾ, ਉਹਦੇ ਵੱਲ ਤੁਹਾਨੂੰ 2 ਮਿੰਟਾਂ 'ਚ ਝਾਤੀ ਮਾਰਦਾ। ਪਹਿਲੀ ਗੱਲ, 4 ਰੀਜ਼ਨਸ ਆ ਜਿਸ ਅਸੀਂ ਦੌਰ 'ਚ ਚੈਲੰਜਸ ਗੁਜ਼ਰ ਰਹੇ ਹਾਂ। ਉਹ ਹੈਗੇ ਆ MMDT। ਪਹਿਲਾ ਹੈਗਾ ਮਾਈਗ੍ਰੇਸ਼ਨ। ਠੀਕ ਹੈ ਜੀ, ਮਾਈਗ੍ਰੇਸ਼ਨ ਤੇ ਮੈਂ ਕੱਲ ਵੀ ਗੱਲ ਕੀਤੀ ਸੀ। 2013 ਚ ਕੈਨੇਡਾ ਵਿੱਚ 32,828 ਇੰਡੀਆ ਤੋਂ ਇਮੀਗ੍ਰੇਟ ਹੋਏ ਸੀਗੇ। ਪਿਛਲੇ ਸਾਲ 2022 ਚੋਂ 1,18,000 ਇਮੀਗ੍ਰੇਸ਼ਨ ਹੋਈ ਹੈ, ਯਾਨੀ ਕਿ 260% ਦੀ बढ़त ਹੋਈ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮਾਈਗ੍ਰੇਸ਼ਨ ਮਾੜੀ ਹੈ, ਬਹੁਤ ਵਧੀਆ। ਆਪਾਂ ਇੱਥੇ ਪ੍ਰਦੇਸ਼ਾਂ ਜਾ ਕੇ ਆਏ ਹਾਂ, ਮਗਰ ਉਹਦੀ ਦੇਖੋਗੇ ਇੱਕ ਲੈਵਲ ਥੱਲੇ ਜਾਓਗੇ, ਮਾਈਗ੍ਰੇਸ਼ਨ ਦਾ ਇਫੈਕਟ ਕੀ ਹੈ। ਅਸੀਂ ਵੀ ਆਏ ਹੈਗੇ ਆ, ਮਗਰ ਅਸੀਂ ਕੋਈ ਪੈਲੀ ਵੇਚ ਕੇ ਨਹੀਂ ਆਏ। ਹੁਣ ਜਿਹੜਾ ਬੱਚਾ ਆਉਂਦਾ ਹੈਗਾ, ਪਹਿਲਾਂ ਉਹਨੂੰ ਆਉਣ ਲਈ ਇੱਕ ਪੈਲੀ ਵੇਚਣੀ ਪੈਂਦੀ ਹੈਗੀ ਹੈ। ਜਦੋਂ ਗ੍ਰੈਜੂਏਟ ਹੁੰਦਾ ਹੈ, ਗੱਡੀ ਲੈਣ ਲਈ ਪੈਲੀ ਵੇਚਣੀ ਪੈਂਦੀ ਹੈ, ਘਰ ਲੈਣ ਲਈ ਵੇਚਣੀ ਪੈਂਦੀ ਹੈ। ਉਹ ਜਿਹੜਾ ਆਪਣਾ ਗਰਾਊਂਡ ਹੈਗਾ ਪੰਜਾਬ ਕਾਮਨ ਗਰਾਊਂਡ, ਉਹ ਛੁੱਟੀ ਜਾਂਦਾ ਹੈ। ਸੋ ਇੱਕ ਚੈਲੰਜ ਹੈ। ਇਨਫੈਕਟ ਆਪਣੀਆਂ ਆਰਗੇਨਾਈਜੇਸ਼ਨ ਨੂੰ ਬਹੁਤ ਡੂੰਘੀ ਸੋਚ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹੜੇ ਬੱਚੇ ਆ ਰਹੇ ਹੈਗੇ ਨੂੰ ਉਹ ਕਿਸ ਤਰ੍ਹਾਂ ਹੈਲਪ ਕਰੀਏ। ਇਹ ਚੈਲੰਜ ਕਰਕੇ ਮੈਂ ਇੱਕ ਸੋਲੂਸ਼ਨ ਵੀ ਦਊਂਗਾ। ਹਰੇਕ ਚੈਲੰਜ ਦਾ ਸੋਲੂਸ਼ਨ ਹੁੰਦਾ ਹੈ। ਸੋ ਆਪਾਂ ਝਾਤੀ ਮਾਰੀਏ। ਆਗਾ ਖਾਨ ਜਿਹੜੀ ਹੈਗੀ ਹੈ ਕਮਿਊਨਿਟੀ USA ਵਿੱਚ, ਮੈਂ ਉਹਨਾਂ ਦੇ ਨਾਲ ਕਾਫੀ ਦੇਖਦਾ ਹਾਂ ਕਿ ਉਹ ਕਰਦੇ ਕੀ ਹੈ। ਜਿਹੜਾ ਵੀ ਕੋਈ ਆਗਾ ਖਾਨੀ ਕਿਤੋਂ ਵੀ ਆਉਂਦਾ USA ਵਿੱਚ, ਉਹ ਕਮਿਊਨਿਟੀ ਜਿਹੜੀ ਹੈਗੀ ਹੈ ਉਹਨਾਂ ਉਹ ਬੱਚੇ ਜਾਂ ਕੋਈ ਵੀ ਫੈਮਿਲੀ ਆਉਂਦੀ ਹੈ ਪੂਰਾ ਹੀ ਟੇਕ ਕੇਅਰ ਕਰਦੀ ਹੈ। ਜੇ ਕਿਸੇ ਨੇ ਬਿਜ਼ਨਸ ਖੋਲ੍ਹਣਾ ਉਹਨਾਂ ਨੂੰ ਪੈਸੇ ਦਿੰਦੀ ਹੈ, ਬੇਸਿਕਲੀ ਉਹਨਾਂ ਨੂੰ ਮੋੜਦੇ ਵੀ ਹੈ। ਦੇयर ਇਜ਼ ਅ ਡੀਲ ਕਿ ਵੀ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਵਾਪਸ ਕਰਨਾ ਹੈ, ਕਮਿਊਨਿਟੀ ਨੂੰ ਹੈਲਪ ਕਰਨਾ ਹੈ। ਸੋ ਆਪਾਂ ਨੂੰ ਵਿਚਾਰ ਕਰਨੀ ਕਿ ਅਸੀਂ ਵੀ ਕਰੀਏ। ਠੀਕ ਹੈ ਜੀ, ਪਹਿਲਾ ਹੋ ਗਿਆ ਮਾਈਗ੍ਰੇਸ਼ਨ। ਇਹਦੇ ਕਈ ਸੋਲੂਸ਼ਨਸ ਹੋ ਸਕਦੇ, ਬਟ ਇੱਕ ਤੁਹਾਨੂੰ ਐਗਜ਼ਾਮਪਲ ਦਿੱਤਾ ਹੈਗਾ। ਦੂਜਾ M ਹੈਗਾ ਮੈਂਟਲ ਹੈਲਥ। ਮੈਂਟਲ ਹੈਲਥ ਦੀ ਇੰਨੀ ਵੱਡੀ ਚੈਲੰਜ ਹੈਗੀ ਹੈ। ਮੈਂ ਬਾਰ-ਬਾਰ ਹਰ ਮੰਚ ਤੋਂ ਹੀ ਮੈਂ ਕਰਦਾ ਅੰਕੜਿਆਂ ਦੇ ਹਿਸਾਬ ਨਾਲ 2019 ਚ ਕੋਵਿਡ ਤੋਂ ਪਹਿਲਾਂ 740 ਕਰੋੜ ਵਰਲਡ ਦੀ ਪੋਪੂਲੇਸ਼ਨ ਸੀ। ਉਹਦੇ ਅੰਦਰ 100 ਕਰੋੜ ਮੈਂਟਲ ਹੈਲਥ ਦੇ ਸ਼ਿਕਾਰ ਸੀਗੇ। ਕੋਵਿਡ ਤੋਂ ਬਾਅਦ US ਦੀ ਪੋਪੂਲੇਸ਼ਨ ਸੀ 334 ਮਿਲੀਅਨ, ਜਿਹਦੇ ਵਿੱਚੋਂ 50 ਮਿਲੀਅਨ ਮੈਂਟਲ ਹੈਲਥ ਦੇ ਸ਼ਿਕਾਰ ਸੀਗੇ। 50 ਮਿਲੀਅਨ ਚੋਂ 2.5 ਮਿਲੀਅਨ ਸਿਵੀਅਰ ਮੈਂਟਲ ਹੈਲਥ, ਜਿਹੜੀ ਸ਼ੂਟਿੰਗਸ ਹੁੰਦੀ ਹੈ USA ਵਿੱਚ, ਦੈਟ ਇਜ਼ ਦਾ ਕੈਟਾਗਰੀ ਜਿਹੜੀ ਕਰਦੇ ਹੈਗੇ ਹੈ। ਹੁਣ ਆਪਣੇ ਪੰਜਾਬੀਅਤ ਵੱਲ ਝਾਤੀ ਮਾਰੀਏ। ਆਪਣੇ ਬਜ਼ੁਰਗ ਹੈਗੇ ਹੈ, ਤੁਸੀਂ ਆਪਣੇ ਘਰਾਂ ਜਾ ਕੇ ਬਜ਼ੁਰਗਾਂ ਨੂੰ ਪੁੱਛ ਲਓ, ਤੁਸੀਂ ਖੁਸ਼ ਹੋ ਇੱਥੇ? ਮੈਂਟਲ ਹੈਲਥ ਦੇ ਸ਼ਿਕਾਰ ਸਾਰੇ ਹੀ ਹੈ। ਵੂਮਨ, ਔਰਤਾਂ ਦਾ ਅੰਕੜਾ ਜ਼ਿਆਦਾ ਹੈਗਾ ਵਰਸਸ ਮੈਨ। ਸੋ ਪਲੀਜ਼ ਇਹ 'ਤੇ ਵਿਚਾਰ ਕਰੀਏ ਕਿ ਬਜ਼ੁਰਗਾਂ ਨੂੰ ਆਪਾਂ ਪਿਕਨਿਕ ਲੈ ਕੇ ਜਾਈਏ ਮਹੀਨੇ 'ਚ ਇੱਕ ਵਾਰ। ਇੱਦਾਂ ਸੋਚੀਏ ਕਿ ਕੀ ਕਰ ਸਕਦੇ ਹਾਂ, ਬਜ਼ੁਰਗਾਂ ਨੂੰ ਘਰੋਂ ਕੱਢੀਏ, ਪਿਕਨਿਕ ਲੈ ਕੇ ਜਾਈਏ, ਬੱਚਿਆਂ ਨੂੰ ਜੋੜੀਏ।
साल च एक बारी कॉन्फ्रेंस ना करिए बल्कि हर महीने क्या करिए सोचिए। दूजा एम हो गया, अगे आ जाओ ड्रग्स डी। ड्रग्स का मसला बहुत बड़ा मसला है, पंजाब नहीं बल्कि इत्थे भी है, यूएसए च भी है, हर जगह है। तो ये बहुत मैं हुण डूंगा नहीं जाऊंगा क्योंकि वो तो सारा दिन ही लग जाना है। चौथा है टी फॉर टेक्नोलॉजी। ਆਪਾਂ ਕੱਲ ਜਿਹੜਾ ਦੇਖਿਆ ਸੀਗਾ ਕਿ ਵੀ ਐਪ ਬਣ ਗਈ ਹੈਗੀ, ਇਹ ਹੈਗੀ ਆ, ਬਟ ਟੈਕਨੋਲੋਜੀ ਇੰਨੀ ਫਾਸਟ ਮੂਵ ਹੋ ਰਹੀ ਹੈਗੀ ਹੈ ਕਿ ਆਪਾਂ ਪਿੱਛੇ ਰਹਿ ਜਾਣਾ। ਜੇ ਆਪਾਂ ਕੁਝ ਕੀਤਾ ਨਹੀਂ ਪਿੱਛੇ ਰਹਿ ਜਾਣਾ, ਕਿਉਂਕਿ ਇਹਦਾ ਇਫੈਕਟ ਟਰੱਕਿੰਗ ਇੰਡਸਟਰੀ ਤੇ ਬਹੁਤ ਛੇਤੀ ਹੋਣ ਵਾਲਾ ਹੈਗਾ। ਆਪਾਂ ਦੇਖੀਏ ਇੱਥੇ ਆ ਕੇ ਟਰੱਕਿੰਗ ਇੰਡਸਟਰੀ 'ਚ ਕਾਫੀ ਹੈਗੇ ਹੈ, ਇਹਦੇ ਟਰੱਕਿੰਗ ਇੰਡਸਟਰੀ 'ਚ ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਆਉਣ ਲੱਗਾ ਹੈ। ਜੇ ਆਪਾਂ ਵਰਕਸ਼ਾਪਸ ਕਰੀਏ, ਜਿਹੜੇ ਹੈਗੇ ਆਪਣੇ ਕਮਿਊਨਿਟੀ ਵਾਲੇ, ਉਹਨਾਂ ਤੇ ਵਰਕਸ਼ਾਪ ਕਰਕੇ ਉਹਨੂੰ ਦੱਸੀਏ ਕਿ ਕਿਸ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੌਲੀ ਹੌਲੀ ਆ ਰਹੀ ਹੈਗੀ ਹੈ। ਅਸੀਂ ਉਪਰਾਲੇ ਸ਼ੁਰੂ ਕੀਤੇ ਹੈਗੇ ਹੈ, ਬਟ ਹੋਰ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਅਖੀਰਲਾ 1 ਮਿੰਟ ਹੋਰ ਲਊਂਗਾ ਕਿ ਵੀ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਨੂੰ ਆਪਾਂ ਥੋੜ੍ਹਾ ਜਿਹਾ ਵੱਖਰਾ ਸੋਚੀਏ। ਆਪਾਂ ਗੁਰਮੁਖੀ ਲਿਪੀ ਤੇ ਨਾ ਹੀ ਸੀਮਿਤ ਰੱਖੀਏ। ਮੈਮ ਨੇ ਬਹੁਤ ਚੰਗੀ ਗੱਲ ਕੀਤੀ ਸੀਗੀ, ਆਪਾਂ ਹਿਸਟਰੀ ਨਾਲ ਬੱਚਿਆਂ ਨੂੰ ਜੋੜੀਏ ਵੱਖਰੇ ਤਰੀਕੇ ਨਾਲ। ਸੋ ਮੈਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਕਿ ਮੈਂ ਇੰਗਲਿਸ਼ ਵਿੱਚ ਲਿਖਣਾ ਸ਼ੁਰੂ ਕੀਤਾ ਹੈਗਾ, ਐਂਡ ਹਿਸਟਰੀ ਆਪਣੀ ਪੰਜਾਬ ਦੀ ਮੈਂ ਇੰਗਲਿਸ਼ ਪੋਇਮ ਦੇ ਰਾਹੀਂ ਕਰਦਾ। ਇਹ ਮੈਂ 8 ਸਾਲ ਪਹਿਲਾਂ ਇੰਗਲਿਸ਼ 'ਚ ਲਿਖਣਾ ਸ਼ੁਰੂ ਕੀਤਾ ਸੀਗਾ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ 527 ਪੋਇਮਸ ਲਿਖ ਲਈਆਂ ਮੈਂ ਹੁਣ। ਠੀਕ ਹੈ, ਸੋ ਅੱਜ ਤੁਹਾਨੂੰ ਕੁਝ ਲੋਕਾਂ ਨੂੰ ਹੀ ਪਤਾ ਹੋਊਗਾ, ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਹੈ। ਠੀਕ ਹੈ ਜੀ, ਉਹਦੇ ਉੱਪਰ ਮੈਂ ਇੰਗਲਿਸ਼ ਵਿੱਚ ਕਵਿਤਾ ਲਿਖੀ, ਉਹ ਪੜੂੰਗਾ, ਫਿਰ ਵਿਰਾਮ ਲਾਉਂਗਾ ਆਪਣੇ ਤੇ। In the realm of history, let me take you on a ride. In the realm of history, let me take you on a ride to the life of Banda Singh Bahadur with dates as our guide. In the year 1670, he took his first breath, destined to leave a mark amidst his life's turbulent depths. In 1608, his journey truly began when Madhav Das became a Singh to embrace Sikh faith. With Guru Gobind Singh's blessings, he was bestowed the responsibility to lead the Khalsa Ode. With the sword in one hand and courage in his heart, he embarked on a journey to build a righteous path. Fort after fort he conquered with might, establishing the Khalsa Raj, which was a beacon of light. Punjab rejoiced under his just rule, where justice prevailed and where equality was the fuel. He redistributed the fields to empower the poor, creating a society where justice would endure. He inspired the future movements with the righteous fight, his principle of justice which was ever shining, ever bright. Banda Singh Bahadur, a symbol of courage and might. In our hearts, your achievements took flight. But the wheels of time took a tragic turn. In 1715, he faced his turn. Captured by the Mughals where he endured great pain, yet his spirits remained unbroken and were undeterred with chains. On June 9th, 1716, Banda Singh Bahadur embraced martyrdom and his spirit serene. His sacrifice forever etched in the annals of Sikh lore, a beacon of bravery shining forevermore. Banda Singh Bahadur, a hero through and through. His legacy lives on to inspire me and you. We honor your legacy with every passing day. Remembering your sacrifice, we find our way. Your accomplishments inspire and are a beacon of hope, guiding us forward in life as we learn to cope. Banda Singh Bahadur, we bow in respect for every unwavering dedication we never forget. Vaheguru Ji Ka Khalsa, Vaheguru Ji Ki Fateh.